ਇਹ ਮੁੰਡੇ ਨੂੰ ਅਸੀਂ ਦਿੱਲੀ ਲੈ ਜਾਣਾ, ਉਹਦਾ ਗਲਾ ਪੂਰਾ ਬੁਲੰਦ ਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਉਹ ਦੁਬਾਰਾ ਇੱਕ ਵਾਰੀ ਇੱਕ ਹੋਰ ਖਿੱਚ ਲਓ ਭਾਈ। ਇਹਨਾਂ ਦੇ ਗਲੇ ਭਾਈ ਤੁਸੀਂ ਵੀ ਆ ਮੜੇ ਇੱਧਰ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। किसान मजदूर एकता ਜਿੰਦਾਬਾਦ। फगवाड़े दा एकता ਜਿੰਦਾਬਾਦ। फगवाड़े दा एकता जिंदाबाद। जय जवान जय किसान। जय जवान जय किसान। इनकलाब जिंदाबाद। इनकलाब जिंदाबाद। लड़ते साथी जिंदाबाद। बोले सोनिहाल ਸਤਿ ਸ੍ਰੀ ਅਕਾਲ। ਇਹਨੂੰ ਬੰਗਾਲ ਲੈ ਕੇ ਜਾਂਦੇ ਹੋ। बहुत ही प्यार भरी निੱਕੀ ਸਤਿ ਸ਼੍ਰੀ ਅਕਾਲ ਫਗਵਾੜਾ ਪਿਆਰ ਪ੍ਰਾਈਮ ਟਾਈਮ ਟੀਵੀ ਦੇ ਵਿਊਅਰਸ ਨੂੰ। ਅੱਜ ਅਸੀਂ ਤੁਹਾਡੇ ਰੂਬਰੂ ਹੋਏ ਹਾਂ ਚੌਪਾਟੀ ਹਰਗੋਬਿੰਦ ਨਗਰ ਫਗਵਾੜਾ ਤੋਂ। ਇਸ ਟਾਈਮ ਤੁਸੀਂ ਜੁੜੇ ਹੋਏ ਹੋ ਮਨੂ ਅਰੋੜਾ ਨਾਲ, ਔਰ ਮੈਂ ਤੁਹਾਨੂੰ ਅੱਜ ਦੀ ਖਾਸ ਇਵੈਂਟ ਬਾਰੇ ਦੱਸਣਾ ਚਾਹੂੰਗਾ। ਜਿੱਦਾਂ ਕਿ ਸਾਰੇ ਸ਼ਹਿਰ ਵਾਸੀ ਜਾਣਦੇ ਹੀ ਹੈ ਕਿ ਫਗਵਾੜਾ ਵਿਖੇ ਚੌਪਾਟੀ ਹਰਗੋਬਿੰਦ ਨਗਰ ਫਗਵਾੜਾ ਵਿਖੇ ਡੇਲੀ ਇੱਕ ਹਿਊਮਨ ਚੇਨ ਬਣਦੀ ਹੈ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ, ਫਾਰਮਰਸ ਦੇ ਹੱਕ ਦੇ ਵਿੱਚ, ਔਰ 3 ਕਾਲੇ ਕਾਨੂੰਨ, ਫਾਰਮ ਲਾਜ਼, ਕ੍ਰਿਸ਼ੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਡੇਲੀ ਇੱਥੇ ਹਿਊਮਨ ਚੇਨ ਬਣਾਉਂਦੇ ਨੇ ਐਕਟਿਵਿਸਟ ਫਗਵਾੜਾ ਵਾਸੀ। ਅੱਜ ਇੱਕ ਖਾਸ ਗੱਲ ਇੱਥੇ ਸਾਹਮਣੇ ਆਈ। BKU ਦੁਆਬਾ ਦੇ ਕਿਸਾਨ ਯੂਨੀਅਨ ਦੇ ਲੀਡਰਸ ਔਰ ਬਾਕੀ ਦੇ ਕਿਸਾਨ ਨਾਲ ਆ ਜੁੜ ਖੜੇ ਹੋਏ ਉੱਥੇ ਕਿੱਥੇ ਚੌਪਾਟੀ ਹਰਗੋਬਿੰਦ ਨਗਰ ਫਗਵਾੜਾ ਵਿਖੇ ਹਿਊਮਨ ਚੇਨ ਦੇ ਨਾਲ ਆ ਜੁੜ ਖੜੇ ਹੋਏ। ਔਰ ਉਸ ਵੇਲੇ ਜੋਸ਼ ਪੜ ਗਿਆ ਉਨ ਐਕਟਿਵਿਸਟ ਦੇ ਵਿੱਚ, ਉਨ ਕਿਸਾਨ ਅੰਦੋਲਨ ਦੇ ਸਪੋਰਟਰਸ ਦੇ ਵਿੱਚ, ਜਿਹੜੇ ਪਿਛਲੇ 1.25 ਮਹੀਨੇ ਤੋਂ ਉੱਥੇ ਡਟੇ ਹੋਏ ਨੇ ਕ੍ਰਿਸ਼ੀ ਕਾਨੂੰਨਾਂ ਦੇ ਵਿਰੋਧ 'ਚ ਔਰ ਫਾਰਮਰਸ ਦੇ ਹੱਕ ਦੇ ਵਿੱਚ। ਔਰ ਅੱਜ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਸੀਗੇ, ਉਹ ਭਾਵੁਕ ਹੋ ਉੱਠੇ ਜਦ ਸਾਰੇ ਕਿਸਾਨ ਵੀ ਉਹਨਾਂ ਦੇ ਨਾਲ ਆ ਜੁੜੇ ਔਰ ਇਸ ਅੰਦੋਲਨ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਔਰ ਇਸ ਸੰਘਰਸ਼ ਨੂੰ ਇੱਕ ਨਵਾਂ ਰੂਪ ਦੇ ਦਿੱਤਾ। ਔਰ ਅੱਜ ਅਸੀਂ ਉੱਥੇ ਆਏ ਵੀ ਹਾਂ, ਤੁਹਾਨੂੰ ਲਾਈਵ ਤਸਵੀਰਾਂ ਵੀ ਪਿੱਛੇ ਨਾਲ ਦਿਖਾ ਰਹੇ ਹਾਂ। ਤੁਸੀਂ ਦੇਖ ਰਹੇ ਹੋਗੇ, ਜਿੱਦਾਂ ਮੇਰੀ ਆਵਾਜ਼ ਸੁਣ ਰਹੇ ਹੋਗੇ, ਪਿੱਛੇ ਤਸਵੀਰਾਂ ਵੀ ਤੁਹਾਨੂੰ ਦਿਖ ਰਹੀਆਂ ਹੋਣਗੀਆਂ, ਜਿਸ 'ਚ ਲੋਕਲ ਐਕਟਿਵਿਸਟ ਵੀ ਖੜੇ ਹਨ, ਜਿਹੜੇ ਪਿਛਲੇ 1.25 ਮਹੀਨੇ ਤੋਂ ਇੱਥੇ ਖੜੇ ਹੋ ਰਹੇ ਔਰ ਉਹਨਾਂ ਦੇ ਨਾਲ BKU ਦੁਆਬਾ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਲੀਡਰਸ ਵੀ ਖੜੇ ਹਨ, ਉਹਨਾਂ ਦੇ ਨਾਲ ਹੋਰ ਸਪੋਰਟਰ ਵੀ ਖੜੇ ਹਨ, ਹੋਰ ਨਾਲ ਕਿਸਾਨ ਵੀ ਖੜੇ ਹਨ। ਔਰ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਔਰ ਸਾਡੇ ਸਾਹਮਣੇ ਆਈਆਂ ਕੁਝ ਗੱਲਾਂ ਇਸ ਸੰਘਰਸ਼ ਬਾਰੇ, ਜਿਹਨੂੰ ਇੱਕ ਨਵਾਂ ਰੂਪ ਦੇ ਦਿੱਤਾ ਗਿਆ, ਇੱਕ ਨਵੀਂ ਚਾਲ ਦੇ ਦਿੱਤੀ ਗਈ ਹੈ, ਇੱਕ ਨਵਾਂ ਉਹਦੇ ਵਿੱਚ ਜਾਨ ਫੂਕ ਦਿੱਤੀ ਗਈ ਹੈ। ਪਹਿਲੇ ਆਪਾਂ ਦੇਖ ਰਹੇ ਸੀਗੇ ਕਿ ਕਿਸਾਨ ਪਿਛਲੇ 6 ਮਹੀਨੇ ਤੋਂ ਸੰਘਰਸ਼ ਕਰ ਰਹੇ ਹੈ ਇਸ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਦੇ ਲਈ, ਔਰ ਫਾਰਮਰਸ ਨੂੰ ਇੱਕ ਜੋਸ਼ ਆਇਆ ਹੋਇਆ ਸੀਗਾ ਕਿ ਇਹ ਜਿਹੜੇ ਕਾਲੇ ਕਾਨੂੰਨ ਹੈਗੇ ਨੇ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਹੈ, ਨਾ ਹੀ ਨੋਰਮਲ ਪਬਲਿਕ ਦੇ ਹੱਕ 'ਚ ਹੈ, ਨਾ ਹੀ ਨੋਰਮਲ ਸਿਟੀਜ਼ਨਸ ਦੇ ਹੱਕ ਦੇ ਵਿੱਚ ਹਨ, ਔਰ ਇਹਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ। ਪਹਿਲੇ ਉਹ ਪੰਜਾਬ ਦੇ ਵਿੱਚ ਸੰਘਰਸ਼ ਕਰਦੇ ਰਹੇ, ਆਪਣੇ ਹਰਿਆਣਾ 'ਚ ਸੰਘਰਸ਼ ਕਰਦੇ ਰਹੇ, ਔਰ ਪਿਛਲੇ 105 ਦਿਨਾਂ ਤੋਂ ਉਹ ਦਿੱਲੀ ਦੇ ਵਿੱਚ, ਦਿੱਲੀ ਦੇ ਬਾਰਡਰਸ 'ਤੇ ਡਟੇ ਹੋਏ ਹਨ ਔਰ ਆਪਣਾ ਸੰਘਰਸ਼ ਕਰ ਰਹੇ ਹਨ। ਔਰ ਜਦ ਕਿ ਸਰਕਾਰ ਵੱਲੋਂ ਇੰਨਾ ਹੁੰਗਾਰਾ ਨਹੀਂ ਮਿਲਿਆ, ਔਰ ਜਾਂ ਸਰਕਾਰ ਵੱਲੋਂ ਕਹਿ ਦਈਏ ਔਰ ਕਿ ਇਹਨਾਂ ਦੀਆਂ ਡਿਮਾਂਡਾਂ ਨਹੀਂ ਮੰਨੀਆਂ ਗਈਆਂ, ਜਾਂ ਕਹਿ ਦਈਏ ਆਪਾਂ ਕੇਂਦਰ ਸਰਕਾਰ ਵੱਲੋਂ ਦੇ ਕੰਨਾਂ 'ਤੇ ਜੂੰ ਨਹੀਂ ਰਿੜਕੀ ਹਾਲੇ ਤੱਕ। ਇੰਨੇ ਵਿਰੋਧ ਦੇ ਬਾਵਜੂਦ, ਇੰਨੇ ਲੰਬੇ ਸੰਘਰਸ਼ ਦੇ ਬਾਵਜੂਦ, ਇੰਨੀ ਲੰਬੀ ਤਪੱਸਿਆ ਦੇ ਬਾਵਜੂਦ, ਔਰ ਕਿਸਾਨ ਹਾਲੇ ਵੀ ਡਟੇ ਹੋਏ ਨੇ ਉੱਥੇ ਦਿੱਲੀ ਬਾਰਡਰਸ 'ਤੇ। ਔਰ ਤੁਹਾਨੂੰ ਦੱਸ ਦਈਏ ਕਿ ਉੱਥੇ ਨਾਲ ਵੂਮਨਸ ਵੀ ਜੁੜ ਚੁੱਕੀਆਂ ਨੇ, ਜਨਾਨੀਆਂ ਵੀ ਜੁੜ ਚੁੱਕੀਆਂ ਨੇ, ਹਰ ਇੱਕ ਪਿੰਡ 'ਚੋਂ ਉੱਥੇ ਪਹੁੰਚੀਆਂ ਨੇ। ਟਿਕਰੀ ਬਾਰਡਰ 'ਤੇ ਵੀ ਪਹੁੰਚੀਆਂ ਨੇ, ਸਿੰਘੂ ਬਾਰਡਰ 'ਤੇ ਵੀ ਪਹੁੰਚੀਆਂ ਨੇ, ਗਾਜ਼ੀ ਬਾਰਡਰ 'ਤੇ ਵੀ ਪਹੁੰਚੀਆਂ ਨੇ, ਔਰ ਲੇਡੀਜ਼ ਨੇ ਉੱਥੇ ਮੋਰਚਾ ਸੰਭਾਲ ਰਿਹਾ ਹੁਣ ਬਾਰਡਰਾਂ 'ਤੇ। ਔਰ ਕਿਸਾਨਾਂ ਨੇ ਇਸ ਅੰਦੋਲਨ ਨੂੰ ਨਵੇਂ ਰੂਪ ਦਿੰਦੇ ਹੋਏ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੀ ਆਵਾਜ਼ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਔਰ ਕਿਸਾਨ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ ਮਹਾ ਪੰਚਾਇਤਾਂ ਕਰ ਰਹੇ ਨੇ, ਪੰਚਾਇਤਾਂ ਕਰ ਰਹੇ ਨੇ, ਔਰ ਨਵੀਆਂ ਰੈਲੀਆਂ ਕੱਢ ਰਹੇ ਨੇ, ਔਰ ਆਪਣੀ ਜਿਹੜੀ ਗੱਲ ਹੈਗੀ ਆ ਜਨ ਤੱਕ ਪਹੁੰਚਾ ਰਹੇ ਹਨ। ਇਹਨੂੰ ਇੱਕ ਬਹੁਤ ਹੀ ਵੱਡਾ ਜਲ ਅੰਦੋਲਨ ਦਾ ਰੂਪ ਦੇ ਰਹੇ ਹਨ। ਔਰ ਇੱਦਾਂ ਦੀਆਂ ਕਾਫੀ ਮਹਾ ਪੰਚਾਇਤਾਂ ਆਪਾਂ UP 'ਚ ਵੀ ਦੇਖੀਆਂ ਹਨ, ਹਰਿਆਣਾ 'ਚ ਵੀ ਦੇਖੀਆਂ ਹਨ, ਪੰਜਾਬ 'ਚ ਵੀ ਦੇਖੀਆਂ ਹਨ। ਹੁਣ ਇਹਨਾਂ ਨੂੰ ਮਹੱਲਿਆਂ ਤੱਕ ਫਾਈਟ ਲੈ ਕੇ ਜਾਣ ਦਾ ਕਿਸਾਨਾਂ ਨੇ ਠਾਣ ਲਿਆ। ਉਹ ਕਹਿੰਦੇ ਕਿ ਅਸੀਂ ਹਰ ਇੱਕ ਮਹੱਲੇ ਤੱਕ ਇਸ ਅੰਦੋਲਨ ਨੂੰ ਲੈ ਕੇ ਜਾਣਾ, ਹਰ ਇੱਕ ਪਿੰਡ ਤੱਕ ਲੈ ਕੇ ਜਾਣਾ ਹੈ, ਹਰ ਇੱਕ ਸ਼ਹਿਰ ਤੱਕ ਲੈ ਕੇ ਜਾਣਾ, ਹਰ ਇੱਕ ਤਹਿਸੀਲ ਤੱਕ ਲੈ ਕੇ ਜਾਣਾ ਹੈ, ਔਰ ਇੱਕ ਬੱਚੇ ਜਨ ਨੂੰ ਇਹਦੇ ਨਾਲ ਜੋੜਨਾ ਹੈ। ਔਰ ਇਸੇ ਲਈ ਉਹ ਇਸੇ ਤਹਿਤ ਉਹ ਅੱਜ ਜਿਹੜਾ ਇੱਥੇ
ਮੋਰਚਾ ਲੱਗਦਾ ਜਾਂ ਹਿਊਮਨ ਚੇਨ ਬਣਦੀ ਹੈ ਫਗਵਾੜਾ ਹਰਗੋਬਿੰਦ ਨਗਰ ਚੌਪਾਟੀ ਤੋਂ ਪਿਛਲੇ 1.5 ਮਹੀਨੇ ਤੋਂ ਉੱਥੇ ਨਾਲ ਆ ਕੇ ਡਟ ਗਏ ਔਰ ਇਹ ਐਲਾਨ ਕਰ ਗਏ ਨੇ ਅਸੀਂ ਰੋਜ਼ ਸਾਡੇ ਇੱਥੇ ਨੁਮਾਇੰਦੇ ਆਉਣਗੇ ਔਰ ਚੌਪਾਟੀ ਹਰਗੋਬਿੰਦ ਨਗਰ ਫਗਵਾੜਾ ਵਿਖੇ ਔਰ ਨਾਲ ਡਟ ਕੇ ਖੜੇ ਹੋਣਗੇ। ਲੋਕਲ ਐਕਟਿਵਿਸਟ ਵੀ ਹੋਣਗੇ ਸ਼ਹਿਰ ਫਗਵਾੜਾ ਦੇ ਔਰ ਨਾਲ ਕਿਸਾਨ ਵੀ ਨਾਲ ਡਟਣਗੇ। ਔਰ ਅੱਜ ਉਹਨਾਂ ਨੇ ਇੱਥੇ ਇੱਕ ਖਾਸ ਗੱਲ ਪਾਈ ਕਿ ਚੌਪਾਟੀ ਹਰਗੋਬਿੰਦ ਨਗਰ ਫਗਵਾੜਾ ਦੀਆਂ ਲਾਈਟਾਂ ਟੋਟਲੀ ਆਫ ਸੀਗੀਆਂ ਔਰ ਉੱਥੇ ਲਾਈਟਸ ਨਹੀਂ ਜਗ ਰਹੀਆਂ ਸੀ, ਸਟਰੀਟ ਲਾਈਟਸ ਨਹੀਂ ਜਗ ਰਹੀਆਂ ਸੀ ਔਰ ਉਹਨਾਂ ਨੇ ਅਲਟੀਮੇਟਮ ਦੇ ਕੇ ਗਏ ਆ ਉੱਥੇ ਜਿਹੜੇ ਲੋਕਲ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਸੀਗੇ ਕਿ ਕੱਲ੍ਹ ਤੱਕ ਇਹ ਲਾਈਟਾਂ ਜਗਣੀਆਂ ਚਾਹੀਦੀਆਂ ਹਨ। ਅਗਰ ਇੱਥੇ ਦੀਆਂ ਲਾਈਟਾਂ ਨਹੀਂ ਜਗਾਉਂਦੇ ਤੁਸੀਂ ਚੌਪਾਟੀ ਹਰਗੋਬਿੰਦ ਨਗਰ ਫਗਵਾੜਾ ਦੀਆਂ ਤਾਂ ਇਸ ਸੰਘਰਸ਼ ਨੂੰ ਹੋਰ ਇਹਨੂੰ ਤਿੱਖਾ ਕਰਦੇ ਹੋਏ ਆਪਣਾ GT ਰੋਡ ਤੱਕ ਜਾਮ ਕਰ ਦੇਣਗੇ। ਔਰ ਕਿਸਾਨਾਂ ਨੇ ਅੱਜ ਇੱਕ ਹੋਰ ਅਪੀਲ ਕੀਤੀ ਕਿ 23 ਮਾਰਚ ਨੂੰ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਔਰ ਉਹਨਾਂ ਨੇ ਐਲਾਨ ਕੀਤਾ ਕਿ ਉਹ ਇੱਕ ਰੈਲੀ ਕੱਢਣਗੇ 23 ਮਾਰਚ ਨੂੰ ਜਿਹੜਾ ਕਿ ਇੱਥੋਂ ਦਾਣਾ ਮੰਡੀ ਫਗਵਾੜਾ ਤੋਂ ਸਟਾਰਟ ਹੋਏਗੀ ਔਰ ਖਟਕਰ ਕਲਾਂ ਜਿਹੜਾ ਸਾਡੇ ਸ਼ਹੀਦ ਭਗਤ ਸਿੰਘ ਜੀ ਦਾ ਪਿੰਡ ਹੈਗਾ ਉੱਥੇ ਜਾ ਕੇ ਇਹਦੀ ਸਮਾਪਤੀ ਹੋਏਗੀ, ਦੁਬਾਰਾ ਫਿਰ ਫਗਵਾੜਾ ਵਾਪਸ ਆਏਗੀ ਔਰ ਬੜਾ ਵੱਡਾ ਇੱਕ कार्यक्रम का आयोजन किया गया उत्थे खटकर कलां विखे और उत्थे वो किसान संबोधन भी करनगे और रैली भी जटेगी। और इस रैली च जुड़न लई उन्होंने बहुत वड्डी अपील की है कि जन जन इस रैली दे विच नाल जुड़े, चाहे फगवाड़ा वासी है चाहे आस पास के होर शहरों के वासी ने, हर किसी को एक खुला निमंत्रण दिता है कि वो 23 मार्च की रैली दे विच जुड़न और ये रैली फगवाड़े तो शुरू होकर खटकर कला जाएगी और उत्थे इहनूं संबोधित किया जाएगा। और अज उन्हां नाल गलबात कीती असीं BKU दुआबा दे जनरल सकत्तर सतनाम सिंह सानी जी नाल भी और सैक्रटरी गुरपाल सिंह पालापाई नाल भी और बाकी दे होर किसानां नाल भी और लोकल एक्टिविस्ट्स नाल भी। और उन्हां दे नाल गलबात करके सानूं इह सामने आया कि उन्होंने कहा कि हुण इस अंदोलन नूं असीं महल्ले महल्ले तक पहुँचाना है, पिंड पिंड तक पहुँचाना है, पंचायत पंचायत तक पहुँचाना है और अपनी जिहड़ी MSP का गारंटी कानून असीं लैके रवांगे और 3 कानून जिहड़े हैगे फार्मलास कृषि कानून इन्हां नूं रद्द करा के असीं रवांगे। उन्होंने ये गल नूं भी बार बार जोर दे के कहा ये हुण कल्ले पंजाब और हरियाणा या यूपी के किसानों की गल नहीं रह गई, ये ऑल इंडिया लैवल के किसानों की गल हुण हो चुकी है और सारे सिटीजनस की गल हो चुकी है। एक जन अंदोलन है हुण और असी जन अंदोलन दे विच जिहड़ी अपनी डिमांडां तो सामने रखेंगी और नॉर्मल जिहड़ी हुण सरकार कानून बना रही है उहदे नाल जिहड़ी आम आदमी नूं जिहड़ी मुश्किल आ रही है वो गल्लां भी असीं सामने रखांगे, जिद्दां दी पेट्रोल दी प्राइसिस वध रही है, डीजल दी प्राइसिस वध रही है, महंगाई वध रही है और होर जिहड़े गवर्नमेंट ਦੀਆਂ ਨੀਤੀਆਂ ਜਿਹੜੀਆਂ ਜਨ ਵਿਰੋਧੀ ਹੈ ਉਹਦੇ ਖਿਲਾਫ ਵੀ ਆਵਾਜ਼ ਉਠਾਵਾਂਗੇ। ਔਰ ਜਿਹੜੀਆਂ ਹੁਣ ਡਿਫਰੈਂਟ ਸਿਟੀਜ਼ ਦੇ ਵਿੱਚ ਡਿਫਰੈਂਟ ਸਟੇਟਸ ਦੇ ਵਿੱਚ ਇਲੈਕਸ਼ਨਸ ਚੱਲ ਰਹੇ ਹਨ ਉਸ ਇਲੈਕਸ਼ਨ 'ਚ ਵੀ ਅਸੀਂ BJP ਦੇ ਵਿਰੋਧ ਦੇ ਵਿੱਚ ਖੜੇ ਹੋਵਾਂਗੇ ਕਿਉਂਕਿ BJP ਸਾਡੀ ਗੱਲ ਨਹੀਂ ਸੁਣ ਰਹੀ। ਅਸੀਂ ਕਾਫੀ ਦੇਰ ਤੋਂ ਅੰਦੋਲਨ ਕਰ ਰਹੇ ਹਾਂ, ਸਾਡੇ ਅੰਦੋਲਨ ਨੂੰ ਅਣਦੇਖਾ ਕੀਤਾ ਜਾ ਰਿਹਾ ਔਰ ਇਸ ਵਜ੍ਹਾ ਨਾਲ ਅਸੀਂ BJP ਦੇ ਖਿਲਾਫ ਅਸੀਂ ਇਲੈਕਸ਼ਨਾਂ ਦੇ ਵਿੱਚ ਵੀ डटांगे ताकि BJP इलैक्शन च ना जीत सके। और सरकार ने फिर तो अपील लगाई कि वो ये 3 कानूनों रद्द करे और MSP गारंटी का कानून बनावे, नहीं तो इस अंदोलन को होर तिखा करते हुए असी पिंड पिंड गली गली शहर शहर हर एक महल्ले तक लैके जावांगे। और उन्होंने कहा कि जिहड़ा हुण MSP गारंटी का आपां कानून की डिमांड कर रहे हैं और वो पूरे हिंदुस्तान की जनता लिए कर रहे हैं कि जिहड़ी कि हुण MSP सिर्फ 6% किसानों को मिलती है वो 100% किसानों को मिले ऑल ओवर इंडिया लैवल पर, जिद्दां कि हुण जिहड़ी MSP हैगी है 2 या 3 फसलों पर मिलती है और 23 फसलों पर जिद्दां गवर्नमेंट डिक्लेयर कर दी है MSP और वो मिले भी, ये नहीं भी सिर्फ डिक्लेयर करना गल मिल जाता है और ये इंप्लीमेंटेशन भी होनी चाहिए। हर एक किसान को वो MSP मिलनी चाहिए और हर फसल तो मिलनी चाहिए। इसका प्रावधान सरकार को बनाना पएगा, एक MSP गारंटी कानून बनाना पएगा कि अगर MSP नहीं मिल पाती किसी भी किसान को, चाहे वो किसी भी स्टेट का है, चाहे वो कोई भी फसल उगाता है, अगर उन्होंने नहीं MSP मिल पाती तो जिहड़ा बंदा उन्होंने MSP नहीं दे पा रहा उसके खिलाफ कानूनी कार्रवाई की जाएगी। एक MSP गारंटी कानून बने ताकि हर कोई सुचेत होवे और घट्टो घट्ट जिहड़ा MSP मूल्य ते भी वो फसल खरीदे। और उन्होंने ये गल जोर दे के कही कि जिहड़ी MSP है और स्वामीनाथन रिपोर्ट के मुताबिक बननी चाहिए है, यानी कि C2 + 50% जिहड़ा कि MS स्वामीनाथन की रिपोर्ट के कहा गया जी, एक C2 कॉस्ट कड्ढी गई थी और C2 कॉस्ट का डेटा होना चाहिए है। C2 कॉस्ट का डेटा की होना चाहिए, MSP होनी चाहिए, मिनिमम सपोर्ट प्राइस फॉर द फार्मर्स, और वो हर फसल से मिले और हर एक किसान को मिले, चाहे वो किसी भी स्टेट का, चाहे वो कोई भी फसल उगाता है। इस दे प्रावधान लिए MSP गारंटी कानून बनना चाहिए है, यानी कि मिनिमम सपोर्ट प्राइस उन्होंने जरूर मिले, मैक्सिमम जो मर्जी कोई दे जाए बट घट्टो घट्ट इन्नी प्राइस जरूर मिले। ये जोर दे के आख्या गया हर एक किसान आगू वालों। और यह भी जोर दे के आख्या गया कि जिहड़े 3
ਫਾਰਮ ਲਾਸ ਬਣੇ ਨੇ, ਜਿਹੜੇ 3 ਕ੍ਰਿਸ਼ੀ ਕਾਨੂੰਨ ਬਣੇ ਨੇ, ਇਹ ਕਿਸਾਨਾਂ ਦੇ ਹੱਕ 'ਚ ਨਹੀਂ ਹੈ। ਇਹ ਗੱਲ ਉਹ ਸਰਕਾਰ ਨੂੰ ਵੀ ਸਮਝਾ ਚੁੱਕੇ ਨੇ। ਹੁਣ ਤੱਕ ਜਿੰਨੀਆਂ ਵੀ ਬੈਠਕਾਂ ਸਰਕਾਰ ਨਾਲ ਹੋਈਆਂ ਔਰ ਕਿਸਾਨਾਂ ਦੀ ਗੱਲ ਨੂੰ ਸਰਕਾਰ ਨੇ ਸੁਣਿਆ ਵੀ ਹੈ ਔਰ ਉਹ ਸੰਸ਼ੋਧਨ ਲਈ ਤਿਆਰ ਹੋਈ ਹੈ ਵੀ ਆ ਜਿੰਨੀਆਂ ਵੀ ਤੁਸੀਂ 20, 25, 30, 40 ਇਹ 'ਚ ਕਮੀਆਂ ਗਿਣਾਉਂਦੇ ਪਏ ਹੋ, ਅਸੀਂ ਇਹ ਕਮੀਆਂ ਨੂੰ ਦੂਰ ਕਰਕੇ ਸੰਸ਼ੋਧਨ ਕਰਕੇ ਇਹਨੂੰ ਤੁਸੀਂ ਲਾਸ ਨੂੰ ਲਾਗੂ ਕਰਨ ਦਿਓ। ਬਟ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਗਰ ਤੁਸੀਂ 40 ਸੰਸ਼ੋਧਨ ਕਰ ਰਹੇ ਹੋ, ਇਹਦਾ ਮਤਲਬ ਇਹ ਕਿ ਪੂਰੇ ਦਾ ਪੂਰਾ ਭਾਂਡਾ ਹੀ ਇਹ ਖਰਾਬ ਹੈਗਾ ਹੈ। ਤਾਂ ਵਿੱਚ ਅਗਰ ਤੁਸੀਂ 40 ਪੁਆਇੰਟ ਹੈਗੇ, 40 ਦੇ 40 ਇੰਪਲੀਮੈਂਟ ਕਰਨ ਦੇ ਬਜਾਏ ਇਹਨੂੰ ਸੰਸ਼ੋਧਨ ਕਰਨ ਲਈ ਤਿਆਰ ਹੋ, ਤਾਂ ਵਿੱਚ ਬਚਿਆ ਕੀ ਹੈ? ਇਹਦਾ ਮਤਲਬ ਤੁਸੀਂ ਇੱਕ ਨਵਾਂ ਲਾਅ ਬਣਾਉਣਾ ਚਾਹੁੰਦੇ ਹੋ। ਜੇ ਨਵਾਂ ਲਾਅ ਬਣਾਉਣਾ ਚਾਹੁੰਦੇ ਹੋ ਤਾਂ ਪੁਰਾਣੇ ਕਾਨੂੰਨਾਂ ਨੂੰ ਤੁਸੀਂ ਰੱਦ ਕਰੋ ਤਾਂ ਨਵੇਂ ਸਿਰੇ 'ਤੇ ਇੱਕ ਕਮੇਟੀ ਦਾ ਗਠਨ ਕਰੋ, ਜਿਸ 'ਚ ਤੁਸੀਂ ਕਿਸਾਨਾਂ ਦੀ ਵੀ ਰਾਏ ਲਓ, ਡਿਫਰੈਂਟ ਇਕੋਨੋਮਿਸਟ ਦੀ ਰਾਏ ਲਓ ਔਰ ਜਨਤਾ ਦੀ ਰਾਏ ਲਓ, ਡਿਫਰੈਂਟ ਵਕੀਲਾਂ ਦੀ ਰਾਏ ਲਓ ਔਰ ਆਮ ਸੋਸ਼ਲ ਐਕਟੀਵਿਸਟ ਦੀ ਰਾਏ ਲਓ। ਉਸ ਤੋਂ ਬਾਅਦ ਨਵੇਂ ਕਾਨੂੰਨਾਂ ਦਾ ਗਠਨ ਕਰੋ। ਉਹ 'ਚ ਕਿਸਾਨਾਂ ਦੀ ਰਾਏ ਨਾਲ ਸੰਯੁਕਤ ਕਿਸਾਨ ਮੋਰਚਾ ਬਣਿਆ, ਜਿਸ 'ਚ 41 ਜਥੇਬੰਦੀਆਂ ਨੇ, ਉਹਨਾਂ ਦੀ ਰਾਏ ਲਓ। ਉਹਨਾਂ ਦੇ ਰਾਏ ਨਾਲ ਦੁਬਾਰਾ ਇਸ ਕਾਨੂੰਨਾਂ ਨੂੰ ਸਾਹਮਣੇ ਲੈ ਕੇ ਆਓ, ਸਾਲ 2 ਸਾਲ ਲਗਾਓ, ਉਸ 'ਤੇ ਵਿਚਾਰ ਕਰਕੇ ਦੁਬਾਰਾ ਇਹਨਾਂ ਨੂੰ ਲਾਗੂ ਕਰੋ। ਜਿਹੜੇ ਬਟ ਪੁਰਾਣੇ ਹੈ, ਜਿਸ 'ਚ ਤੁਸੀਂ ਖੁਦ ਮੰਨਦੇ ਹੋ ਕਿ ਇਹ 'ਚ 40-50 ਕਮੀਆਂ ਹਨ, ਜਿਸ 'ਤੇ ਤੁਸੀਂ ਸੰਸ਼ੋਧਨ ਕਰਨ ਨੂੰ ਤਿਆਰ ਹੋ, ਉਹਨੂੰ ਰੱਦ ਕਰਕੇ ਨਵੇਂ ਸਿਰੇ ਤੇ ਨੂੰ ਸਾਹਮਣੇ ਲੈ ਕੇ ਆਓ ਔਰ ਸਾਥ ਹੀ ਸਾਥ MSP ਗਰੰਟੀ ਕਾਨੂੰਨ ਵੀ ਬਣਾਓ। ਔਰ ਅਗਰ ਤੁਸੀਂ ਸਾਡੀ ਗੱਲ ਨਹੀਂ ਸੁਣਨ ਨੂੰ ਤਿਆਰ ਹੋ, ਅਸੀਂ ਦਿੱਲੀ ਬਾਰਡਰ 'ਤੇ ਪਿਛਲੇ 105 ਦਿਨਾਂ ਤੋਂ ਬੈਠੇ ਹੋ, ਤਾਂ ਅਸੀਂ ਹੁਣ ਇਸ ਅੰਦੋਲਨ ਨੂੰ ਹਰ ਗਲੀ ਗੁੱਚੇ ਤੱਕ ਲੈ ਜਾਣਾ ਹੈ, ਮਤਲਬ ਹਰ ਸ਼ਹਿਰ ਤੱਕ ਲੈ ਜਾਣਾ, ਹਰ ਪਿੰਡ ਤੱਕ ਲੈ ਜਾਣਾ। ਜਿੱਦਾਂ ਕਿ ਉਹਨਾਂ ਨੇ ਅੱਜ ਐਗਜ਼ਾਮਪਲ ਦਿੱਤਾ, ਜਿੱਥੇ ਇੱਕ ਹਿਊਮਨ ਚੇਨ ਆਲਰੇਡੀ ਫਗਵਾੜੇ 'ਚ ਪਿਛਲੇ 1.25 ਮਹੀਨੇ ਤੋਂ ਬੰਦੀ ਆ ਰਹੀ ਹੈ, ਉੱਥੇ ਨਾਲ ਆ ਕੇ ਖੜੇ ਹੋ ਗਏ, ਨਾਲ ਆ ਕੇ ਡਟ ਗਏ ਨੇ ਔਰ ਪੂਰੇ ਜ਼ੋਰ ਸ਼ੋ ਖਰੋਸ਼ ਨਾਲ ਦੱਬ ਗਏ ਨੇ। ਤੁਹਾਨੂੰ ਲਾਈਵ ਤਸਵੀਰਾਂ ਅਸੀਂ ਨਾਲ ਦਿਖਾ ਰਹੇ ਹਾਂ, ਤੁਸੀਂ ਉਸ ਤਸਵੀਰਾਂ ਨੂੰ ਦੇਖੋ ਔਰ ਸਮਝੋ ਔਰ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਸਮਝੋ। ਔਰ ਇੱਕ ਇਸ ਜਨ ਅੰਦੋਲਨ ਦਾ ਰੂਪ ਲੈ ਚੁੱਕਾ ਹੈ ਔਰ ਉਹਨਾਂ ਨੇ ਬਾਰ-ਬਾਰ ਕਿਹਾ ਕਿ ਜਨ ਅੰਦੋਲਨ ਦਾ ਰੂਪ ਇਸ ਲਈ ਵੀ ਲੈ ਚੁੱਕਾ ਹੈ ਕਿ ਇਹ ਕਾਨੂੰਨ ਕਿਸੇ ਵੀ ਸਿਟੀਜ਼ਨ ਦੇ ਵੀ ਹੱਕ 'ਚ ਨਹੀਂ ਹੈ, ਕਿਉਂਕਿ ਇਹਦੇ ਨਾਲ ਮਹਿੰਗਾਈ ਵੀ ਵਧੇਗੀ। ਔਰ ਜਿਹੜੇ ਕਿ ਹੁਣ ਫਸਲਾਂ ਜਾਂ ਆਟਾ, ਦਾਲ, ਚਾਵਲ ਜਿਹੜੀਆਂ ਤੁਹਾਨੂੰ ਹੁਣ ਨਾਰਮਲ ਰੇਟਾਂ 'ਤੇ ਮਿਲ ਰਿਹਾ ਹੈ, ਜਦੋਂ ਕਾਰਪੋਰੇਟਸ ਦਾ ਕਬਜ਼ਾ ਹੋ ਜਾਏਗਾ ਇਹਨਾਂ ਸਭ ਚੀਜ਼ਾਂ 'ਤੇ, ਤਾਂ ਇਹ ਤੁਹਾਨੂੰ ਅੱਜ ਦੇ ਰੇਟਾਂ 'ਤੇ ਨਹੀਂ ਮਿਲੇਗਾ, ਉਹ ਉਹਨਾਂ ਰੇਟਾਂ 'ਤੇ ਮਿਲ ਜਾਏਗਾ ਜਿਸ 'ਤੇ ਕਾਰਪੋਰੇਟਸ ਚਾਹਣਗੇ। ਕਹਿਣ ਦਾ ਉਹਨਾਂ ਦਾ ਭਾਵ ਅਰਥ ਹੈ ਕਿ ਕਿਸਾਨੀ ਜਦੋਂ ਕਿਸਾਨਾਂ ਦੇ ਹੱਥ 'ਚ ਹੈ ਤਾਂ ਇਹ ਆਮ ਜਨਤਾ ਦੇ ਵੀ ਹੱਕ ਦੇ ਵਿੱਚ ਹੈ, ਕਿਉਂਕਿ ਰੇਟਸ ਨਾਰਮਲ ਰਹਿੰਦੇ ਆ ਇਹਦੇ ਨਾਲ। ਅਗਰ ਜਦੋਂ ਇਹ ਕਾਰਪੋਰੇਟਸ ਦੇ ਹੱਥ ਦੇ ਵਿੱਚ ਚੱਲ ਜਾਏਗਾ, ਇੱਕ ਮੋਨੋਪਲੀ ਦਾ ਰੂਪ ਲੈ ਲਏਗਾ, ਤਾਂ ਕਾਰਪੋਰੇਟਸ ਆਪਣੇ ਮਨਮਾਨੇ ਰੇਟ ਇੱਥੇ ਲਗਾਉਣਗੇ। ਕਿਉਂਕਿ ਖਾਸ ਕਰ ਇਹਦੇ 'ਚ ਇੱਕ ਕਾਨੂੰਨ ਬਣਾਇਆ ਗਿਆ ਜਿਸ 'ਚ ਤੁਸੀਂ ਅਨਲਿਮਿਟਿਡ ਸਟੋਰੇਜ ਕਰਨ ਦੀ ਇਜਾਜ਼ਤ ਮਿਲ ਗਈ ਹੈ ਕਾਰਪੋਰੇਟਸ ਨੂੰ ਸਰਕਾਰ ਦੁਆਰਾ। ਇਹ ਇੱਕ ਕਾਨੂੰਨ ਦਾ ਇੱਕ ਵਨ ਆਫ ਦਾ ਪਾਰਟ ਹੈ। ਅਗਰ ਅਨਲਿਮਿਟਿਡ ਸਟੋਰੇਜ ਕਰ ਸਕਣਗੇ ਕਾਰਪੋਰੇਟਸ, ਤਾਂ ਉਹ ਕਹਿ ਲਓ ਕਿ ਇਹ ਡਰ ਕਹਿ ਲਓ ਜਾਂ ਇੱਕ ਜੋ ਵੀ ਕਹਿ ਲਓ ਕਿ ਜੋ ਕਿਸਾਨਾਂ ਦੇ ਮਨ 'ਚ ਹੈ ਕਿ ਜਿਹੜੀ ਅਨਲਿਮਿਟਿਡ ਜਦੋਂ ਸਟੋਰੇਜ ਹੁੰਦੀ ਹੈ ਤਾਂ ਸਪਲਾਈ ਚੇਨ ਵੀ ਰੋਕੀ ਜਾ ਸਕਦੀ ਹੈ। ਜਦੋਂ ਸਪਲਾਈ ਚੇਨ ਰੁਕਦੀ ਹੈ ਕਿਸੇ ਵੀ ਚੀਜ਼ ਦੀ, ਤਾਂ ਨਾਰਮਲ ਹਰ ਇਨਸਾਨ ਨੂੰ ਪਤਾ ਹੈ ਕਿ ਉਹਦੇ ਰੇਟਸ ਉੱਚੇ ਜਾਂਦੇ ਆ। ਇਹਦਾ ਮਤਲਬ ਇੱਕ ਆਰਟੀਫਿਸ਼ੀਅਲ ਮਾਹੌਲ ਕ੍ਰੀਏਟ ਕੀਤਾ ਜਾ ਸਕਦਾ ਹੈ ਕਾਰਪੋਰੇਟਸ ਦੁਆਰਾ, ਜਿਸ ਨਾਲ ਉਹ ਰੇਟਸ ਕਿਸੇ ਵੀ ਚੀਜ਼ ਦੇ ਕਿਸੇ ਵੀ ਟਾਈਮ ਇਨਕਰੀਜ਼ ਕਰ ਸਕਣਗੇ। ਇੱਕ ਡਰ ਵੀ ਹੈ ਔਰ ਇੱਕ ਪ੍ਰੈਕਟੀਕਲ ਅੰਦੇਸ਼ਾ ਵੀ ਹੈ ਔਰ ਇਸ ਚੀਜ਼ ਨੂੰ ਹਰ ਕਿਸੇ ਨੇ ਮੰਨਿਆ ਵੀ ਹੈ। ਤਾਂ ਇਸ ਲਈ ਉਹ ਕਹਿ ਰਹੇ ਹੈ ਵੀ ਇਹ ਕਿਸੇ ਵੀ ਨਾਰਮਲ ਸਿਟੀਜ਼ਨ ਦੇ ਹੱਕ ਦੇ ਵਿੱਚ ਵੀ ਇਹ ਕਾਨੂੰਨ ਨਹੀਂ ਹੈ, ਕਿਉਂਕਿ ਇਹ ਮਹਿੰਗਾਈ ਵਧਾਉਣਗੇ ਔਰ ਆਟਾ ਚਾਵਲ ਆਮ ਕਿਸਾਨਾਂ ਨੂੰ ਜਿਹੜਾ ਹੁਣ ਨਾਰਮਲ ਰੇਟਾਂ 'ਤੇ ਲਿਆ ਜਾ ਰਿਹਾ, ਕੱਲ੍ਹ ਨੂੰ ਕਾਰਪੋਰੇਟਸ ਇਹਨੂੰ ਮਨਮਰਜ਼ੀ ਦੇ ਰੇਟਾਂ 'ਤੇ ਵੇਚਣਗੇ, ਜਿਸ ਨਾਲ ਮਹਿੰਗਾਈ ਵਧੇਗੀ ਔਰ ਆਮ ਜਨਤਾ ਨੂੰ ਬਹੁਤ ਮੁਸ਼ਕਿਲ ਆਉਣ ਵਾਲੀ ਹੈ। ਇਸ ਲਈ ਉਹ ਆਮ ਜਨਤਾ ਨੂੰ ਅਪੀਲ ਕਰਦੇ ਨੇ ਕਿਸਾਨ ਕਿ ਉਹ ਉਹਨਾਂ ਦੇ ਨਾਲ ਆ ਕੇ ਜੁੜਨ ਔਰ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਔਰ ਇਸ ਅੰਦੋਲਨ ਨੂੰ ਇੱਕ ਜਨ ਅੰਦੋਲਨ ਦਾ ਰੂਪ ਦੇ ਕੇ ਕੇਂਦਰ ਸਰਕਾਰ ਨੂੰ ਵਿਵਸ਼ ਕੀਤਾ ਜਾ ਸਕੇ ਔਰ ਉਹਨਾਂ ਨੂੰ ਮਜਬੂਰ ਕੀਤਾ ਜਾ ਸਕੇ ਕਿ ਇਸ ਕੇਂਦਰ ਸਰਕਾਰ ਨੂੰ ਕਿ ਉਹ ਕਿਸਾਨਾਂ ਦੀ ਗੱਲ ਸੁਣਨ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਇਹ 3 ਕਾਨੂੰਨਾਂ ਨੂੰ ਖਾਰਿਜ ਕਰਨ ਔਰ MSP ਦਾ ਇੱਕ ਗਰੰਟੀ ਕਾਨੂੰਨ ਬਣਾਉਣ, ਜਿਸ 'ਚ ਕਿਸਾਨਾਂ ਨੂੰ ਤਸੱਲੀ ਮਿਲ ਸਕੇ ਕਿ ਹਰ ਹਾਲਾਤ ਦੇ ਵਿੱਚ ਉਹ ਜਿਹੜੀ ਵੀ ਫਸਲ 23-24 ਜਿੰਨੀਆਂ ਵੀ ਫਸਲਸ 'ਤੇ MSP ਡਿਕਲੇਅਰ ਹੁੰਦੀ ਹੈ, ਉਹਨਾਂ 'ਚੋਂ ਕੋਈ ਵੀ ਫਸਲ ਉਗਾਉਣ ਉਹਨਾਂ ਨੂੰ MSP ਜ਼ਰੂਰ ਮਿਲੇਗੀ ਔਰ ਸਿਰਫ ਪੰਜਾਬ ਹਰਿਆਣਾ 'ਚ ਨਹੀਂ ਮਿਲੇਗੀ, ਪੂਰੇ ਹਿੰਦੁਸਤਾਨ 'ਚ ਘੱਟੋ ਘੱਟ MSP ਮਿਲੇਗੀ, ਵੱਧ ਤੋਂ ਜਿੰਨਾ ਮਰਜ਼ੀ ਦੇ ਦਿਓ। ਤੋ ਇਹੀ ਅੱਜ ਦਾ ਸੰਦੇਸ਼ ਸੀਗਾ ਐਕਟਿਵਿਸਟ ਦਾ ਵੀ ਔਰ BKU ਦੁਆਬਾ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਦਾ ਵੀ ਔਰ ਉਹਨਾਂ ਦੇ ਸੈਕਟਰੀ ਦਾ ਵੀ ਔਰ ਬਾਕੀ ਦੇ ਕਿਸਾਨਾਂ ਦਾ ਵੀ। ਔਰ ਤੁਹਾਨੂੰ ਅਸੀਂ ਛੱਡ ਕੇ ਜਾ ਰਹੇ ਹਾਂ ਲਾਈਵ ਤਸਵੀਰਾਂ ਦੇ ਨਾਲ। ਤੁਸੀਂ ਲਾਈਵ ਤਸਵੀਰਾਂ ਦੇਖੋ ਔਰ ਮਹਿਸੂਸ ਕਰੋ ਔਰ ਉਹਨਾਂ ਦੀਆਂ ਭਾਵਨਾਵਾਂ ਨੂੰ ਔਰ ਇਸ ਅੰਦੋਲਨ ਦੇ ਵਿੱਚ ਜੁੜੋ, ਇਹ ਕਿਸਾਨਾਂ ਦਾ ਕਹਿਣਾ ਹੈ। ਥੈਂਕ ਯੂ ਵੈਰੀ ਮੱਚ ਫਗਵਾੜਾ ਪ੍ਰਾਈਮ ਟਾਈਮ TV ਦੇ ਨਾਲ ਜੁੜਨ ਲਈ ਔਰ
ਅੱਜ ਤੇ ਸਾਡੀ ਵੀਡੀਓਜ਼ ਨੂੰ ਦੇਖਣ ਲਈ ਔਰ ਕਿਸਾਨਾਂ ਦੀ ਗੱਲ ਨੂੰ ਸੁਣਨ ਲਈ ਔਰ ਲਾਈਵ ਤਸਵੀਰਾਂ ਨੂੰ ਦੇਖਣ ਲਈ ਔਰ ਬਹੁਤ ਧੰਨਵਾਦ ਹਰ ਇੱਕ ਕਿਸੇ ਦਾ ਫਗਵਾੜਾ ਪ੍ਰਾਈਮ ਟਾਈਮ ਟੀਵੀ ਵੱਲੋਂ ਵੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਵੀ ਔਰ ਹੁਣ ਸੋਸ਼ਲ ਐਕਟਿਵਿਸਟ ਵੱਲੋਂ ਵੀ ਜਿਹੜਾ ਡਿਊਟੀ ਨਿਭਾਉਂਦੇ ਹੋਏ 1.25 ਮਹੀਨੇ ਤੋਂ ਚੌਪਾਟੀ ਹਰਗੋਬਿੰਦ ਨਗਰ ਫਗਵਾੜਾ 'ਤੇ ਡਟੇ ਹੋਏ ਨੇ। ਅਸੀਂ ਟਾਈਮ ਦੱਸ ਦਈਏ, ਉਹ ਡੇਲੀ ਚੌਪਾਟੀ ਹਰਗੋਬਿੰਦ ਨਗਰ ਫਗਵਾੜਾ ਆਉਂਦੇ ਨੇ। ਟਾਈਮਿੰਗ ਹੈ 7 PM to 8:30 PM, ਮਤਲਬ ਰਾਤੀ ਜਾਂ ਸ਼ਾਮੀ 7 ਵਜੇ ਤੋਂ ਲੈ ਕੇ 8:30 ਵਜੇ ਤੱਕ, ਰੋਜ਼ ਸ਼ਾਮ 7 PM to 8:30 PM। ਔਰ ਜਿੱਥੇ ਰੋਜ਼ਾਨਾ ਫਗਵਾੜਾ ਦੇ ਸੋਸ਼ਲ ਐਕਟਿਵਿਸਟ ਦੱਸਦੇ ਨੇ ਔਰ ਅੱਜ ਉਹਨਾਂ ਦੇ ਨਾਲ ਕਿਸਾਨ ਵੀ ਡਟੇ ਸਨ ਔਰ ਕੱਲ੍ਹ ਵੀ ਡਟਣਗੇ, ਪਰਸੋਂ ਵੀ ਕਿਸਾਨ ਡਟਣਗੇ ਉਹਨਾਂ ਦੇ ਨਾਲ। ਔਰ ਅੱਜ ਦਾ ਦੱਸ ਦਈਏ ਕਵਰੇਜ ਕਾਫੀ ਮੀਡੀਆ ਚੈਨਲਸ ਨੇ, ਕਾਫੀ ਸੋਸ਼ਲ ਮੀਡੀਆ ਚੈਨਲਸ ਨੇ ਅੱਜ ਤੱਕ ਕਵਰੇਜ ਕੀਤਾ ਹੈ। ਜਦੋਂ BKU ਦੁਆਬਾ ਦੇ ਐਕਟਿਵਿਸਟ ਕਹਿ ਲਓ ਜਾਂ ਮੈਂਬਰਸ ਕਹਿ ਲਓ ਉੱਥੇ ਨਾਲ ਆ ਕੇ ਜੁੜ ਗਏ ਔਰ ਉਤਸ਼ਾਹ ਦੇਖਣ ਵਾਲਾ ਸੀ ਉੱਥੇ ਦੇ ਲੋਕਲ ਐਕਟਿਵਿਸਟ ਦੇ ਵਿੱਚ, ਦਮਖਮ ਦੇਖਣ ਵਾਲਾ ਸੀਗਾ। ਔਰ ਖੁਦ ਤਸਵੀਰਾਂ ਆਪਣੀ ਗੱਲ ਖੁਦ ਬਿਆਨ ਕਰਦੀਆਂ, ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨਾ ਜੋਸ਼ ਸੀਗਾ ਉਹਨਾਂ ਦੇ ਵਿੱਚ। ਔਰ ਇਹ ਅੰਦੋਲਨ ਕਿਸ ਰੂਪ ਦੇ ਵੱਲ ਜਾ ਰਿਹਾ ਹੈ, ਇਹ ਜਨ ਦੇ ਵਿੱਚ ਜਾ ਰਿਹਾ ਹੈ, ਹੁਣ ਘਰ ਦੇ ਵਿੱਚ ਜਾ ਰਿਹਾ ਹੈ ਔਰ ਹਰ ਇੱਕ ਸ਼ਹਿਰ 'ਚ ਪਹੁੰਚ ਰਿਹਾ, ਹਰ ਇੱਕ ਮੁਹੱਲੇ 'ਚ ਪਹੁੰਚ ਰਿਹਾ, ਹਰ ਇੱਕ ਪੰਚਾਇਤ 'ਚ ਪਹੁੰਚ ਰਿਹਾ, ਹਰ ਇੱਕ ਪਿੰਡ ਦੇ ਵਿੱਚ ਪਹੁੰਚ ਰਿਹਾ। ਜਿੱਦਾਂ ਦਾ ਉਦਾਹਰਨ ਖੁਦ ਹੀ ਤੁਸੀਂ TV ਦੇ ਵਿੱਚ ਦੇਖਦੇ ਰਹਿੰਦੇ ਹੋ, ਕਾਫੀ ਪੰਚਾਇਤਾਂ ਹੁੰਦੀਆਂ। ਓਕੇ, ਥੈਂਕ ਯੂ ਵੈਰੀ ਮੱਚ। ਫਿਰ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ। ਥੈਂਕ ਯੂ ਮਨੂ ਅਰੋੜਾ ਦੇ ਨਾਲ। ਥੈਂਕ ਯੂ। ਇਹ ਮੁੰਡੇ ਨੂੰ ਅਸੀਂ ਦਿੱਲੀ ਲੈ ਜਾਣਾ, ਉਹਦਾ ਗਲਾ ਪੂਰਾ ਬੁਲੰਦ ਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਦੁਬਾਰਾ ਇੱਕ ਵਾਰੀ ਇੱਕ ਹੋਰ ਖਿੱਚ ਲਓ ਭਾਈ ਤੁਸੀਂ ਵੀ ਆ ਮੜ ਜਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਫਗਵਾੜੇ ਦਾ ਏਕਾ ਜਿੰਦਾਬਾਦ। ਫਗਵਾੜੇ ਦਾ ਏਕਾ ਜਿੰਦਾਬਾਦ। ਜੈ ਜਵਾਨ ਜੈ ਕਿਸਾਨ। ਜੈ ਜਵਾਨ ਜੈ ਕਿਸਾਨ। ਇਨਕਲਾਬ ਜਿੰਦਾਬਾਦ। ਇਨਕਲਾਬ ਜਿੰਦਾਬਾਦ। ਲੜਦੇ ਸਾਥੀ ਜਿੰਦਾਬਾਦ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਇਹਨੂੰ ਮੰਗਾਲ ਲੈ ਕੇ ਜਾਂਦੇ ਹੋ।
ਫਗਵਾੜਾ ਦੀਆਂ ਲੇਟੈਸਟ ਖਬਰਾਂ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਫਗਵਾੜਾ ਪ੍ਰਾਈਮ ਟਾਈਮ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ।